ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕੱਲ੍ਹ ਦਾ ਅਸੀਂ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕੀਤਾ ਸੀ ਔਰ ਉਸ ਦੇ ਵਿੱਚ ਇੱਕ ਬਹੁਤ ਹੀ ਮੁੱਢਲੇ ਔਰ ਬੁਨਿਆਦੀ ਸਵਾਲ ਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਉਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਤਨਖਾਹ ਸਜ਼ਾ ਬਿਕਰਮਜੀਤ ਸਿੰਘ ਮਜੀਠੀਆ ਮੰਤਰੀ ਪੰਜਾਬ ਸਰਕਾਰ ਨੂੰ ਲਗਾਈ ਗਈ, ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਉਸ ਦੇ ਉੱਤੇ ਇੰਨਾ ਵਾਵਰੋਲਾ ਕਈ ਤਰਫੋਂ ਪੈ ਰਿਹਾ ਹੈ। ਸ਼ਾਇਦ ਉਸ ਦਾ ਕਾਰਨ ਵੀ ਸਮਝ ਆਉਂਦਾ ਹੈ, ਪਰ ਜਿਹੜੀਆਂ ਧਿਰਾਂ ਵੱਲੋਂ ਵੀ ਹੋ ਰਿਹਾ ਹੈ ਉਹ ਵੀ ਬਹੁਤ ਹੀ ਮਹੱਤਵਪੂਰਨ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਜਦੋਂ ਤੋਂ ਹੋਈ ਹੈ ਉਸ ਸਮੇਂ ਤੋਂ ਲੈ ਕੇ ਅਕਾਲ ਤਖਤ ਸਾਹਿਬ ਨੇ ਆਪਣਾ ਉਹ ਫਰਜ਼ ਪੂਰਾ ਕੀਤਾ ਹੈ। ਅਕਾਲ ਤਖਤ ਸਾਹਿਬ ਕਿਸੇ ਧੜੇ ਦਾ, ਕਿਸੇ ਜਥੇ ਦਾ, ਕਿਸੇ ਗਰੁੱਪ ਦਾ ਨਹੀਂ, ਬਲਕਿ ਇਹ ਸ੍ਰੀ ਹਰਗੋਬਿੰਦ ਸਾਹਿਬ ਦੇ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਆਪਣਾ ਸਥਾਨ ਹੈ, ਉਹਨਾਂ ਦਾ ਆਪਣਾ ਸਿੰਘਾਸਨ ਹੈ। ਮੀਰੀ ਪੀਰੀ ਦਾ ਇਹ ਬਹੁਤ ਹੀ ਅਹਿਮ ਇੱਕ ਸਥਾਨ ਹੈ। ਦੁਨੀਆ ਦੇ ਇਤਿਹਾਸ ਵਿੱਚ ਇਸ ਦੇ ਵਰਗੀ ਕੋਈ ਸੰਸਥਾ ਹੋਰ ਨਹੀਂ ਹੈ। ਹਰ ਵਕਤੀ ਹਕੂਮਤ ਨੂੰ ਇਸ ਦੀ ਹੋਂਦ ਤੋਂ ਹੀ ਹਮੇਸ਼ਾ ਹੀ ਦਿੱਕਤ ਆਉਂਦੀ ਰਹੀ, ਉਹ ਇਸ ਦੀ ਹੋਂਦ ਨੂੰ ਪ੍ਰਵਾਨ ਨਹੀਂ ਕਰਦੇ ਰਹੇ। ਅੱਜ ਅਸੀਂ ਕੱਲ੍ਹ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਔਰ ਮੁੱਖ ਸਾਡਾ ਮਕਸਦ, ਕਿਉਂਕਿ ਰਾਜਨੀਤੀ, ਰਾਜਨੀਤਿਕ ਗੱਲਾਂ, ਰਾਜਨੀਤਿਕ ਮਸਲੇ ਇਹ ਤਾਂ ਇੱਕ ਘੁੰਮਣ ਘੇਰੀ ਹੈ ਜਿਹਦੇ ਵਿੱਚੋਂ ਬਿਲਕੁਲ ਕੁਝ ਨਹੀਂ ਲੱਭਣਾ, ਫਿਰ ਉੱਥੇ ਦੇ ਉੱਥੇ ਹੀ ਪਹੁੰਚ ਜਾਂਦੇ ਹਾਂ ਜਿੱਥੋਂ ਸ਼ੁਰੂ ਹੁੰਦਾ ਹੈ। ਜਿਹੜੀ ਮਰਜ਼ੀ ਪਾਰਟੀ ਆ ਜਾਏ, ਜਿਹੜੀ ਮਰਜ਼ੀ ਧਿਰ ਆ ਜਾਏ, ਪਰ ਹਾਕਮ ਔਰ ਜਿਹੜੇ ਮਾਤਹਿਤ ਹਨ, ਜਿਹੜੀ ਜਨਤਾ ਹੈ, ਜਿਹੜੀ ਪ੍ਰਜਾ ਹੈ, ਉਹਨਾਂ ਦੋਹਾਂ ਦਾ ਰਿਸ਼ਤਾ ਤਕਰੀਬਨ ਇੱਕੋ ਜਿਹਾ ਹੀ ਰਹਿੰਦਾ ਹੈ। ਦੋਨਾਂ ਦੀ ਹਾਲਤ ਵੀ ਇੱਕੋ ਜਿਹੀ ਰਹਿੰਦੀ ਹੈ। ਸੋ ਠੀਕ ਹੈ, ਵਕਤ ਦੀ ਹਕੂਮਤ, ਵਕਤ ਦੇ ਹਾਲਾਤ, ਵਕਤ ਦੇ ਰਾਜਨੀਤਿਕ ਹਾਲਾਤ ਨੂੰ ਵਿਚਾਰਨਾ ਜ਼ਰੂਰੀ ਹੈ, ਪਰ ਅੱਜ ਅਸੀਂ ਜਿਸ ਗੱਲ ਦੇ ਉੱਤੇ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ, ਇਹ ਵੀ ਜ਼ਰੂਰੀ ਹੈ ਕਿਉਂਕਿ ਇਹ ਬੁਨਿਆਦੀ ਸਾਡਾ ਪ੍ਰਸ਼ਨ ਹੈ। ਔਰ ਇਸ ਦੇ ਨਾਲ ਹੀ ਇੱਕ ਹੋਰ ਬਹੁਤ ਵੱਡਾ ਡੂੰਘਾ ਸਿਧਾਂਤਕ ਪੱਖ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਨਹੀਂ ਹੈ। ਗੁਰੂ ਸਾਹਿਬ ਨੇ ਥਾਂ ਥਾਂ ਦੇ ਉੱਤੇ ਹਜ਼ਾਰਾਂ ਗੁਰਦੁਆਰੇ ਬਣਾਏ, ਪਰ ਤਖਤ ਕੇਵਲ ਇੱਕ ਬਣਾਇਆ। ਤਖਤ ਦੋ ਨਹੀਂ ਹੋ ਸਕਦੇ। ਅਗਰ ਇਸ ਸਿਧਾਂਤ ਨੂੰ ਸਮਝ ਲਈਏ, ਇਸ ਦੀ ਕਾਨੂੰਨੀ ਪ੍ਰਕਿਰਿਆ, ਕਾਨੂੰਨੀ ਪੱਖ, ਕਾਨੂੰਨੀ ਹੈਸੀਅਤ ਕੀ ਹੈ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਸਿਰਫ ਇਸ਼ਾਰਤਨ ਇੰਨਾ ਕਹਿਣਾ ਜ਼ਰੂਰੀ ਹੈ ਕਿ ਅਸੀਂ ਜਾਣੇ ਅਣਜਾਣੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੌਲੇ ਹੌਲੇ ਇੱਕ ਗੁਰਦੁਆਰੇ ਵਿੱਚ ਤਬਦੀਲ ਕਰਦੇ ਜਾ ਰਹੇ ਹਾਂ। ਇਹ ਗੱਲ ਪੰਥਕ ਤੌਰ ਦੇ ਉੱਤੇ ਬਹੁਤ ਹੀ ਗੰਭੀਰ ਹੈ ਔਰ ਬਹੁਤ ਹੀ ਖਤਰਨਾਕ ਹੋ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਦਾ ਕਾਇਮ ਰਹਿਣਾ ਇਹ ਲਾਜ਼ਮੀ ਹੈ। ਸਮੇਂ ਦੇ ਨਾਲ ਅਸੀਂ ਕਈ ਕੁਝ ਕਹਿਣ ਨੂੰ ਹੈ, ਪਰ ਅੱਜ ਅਸੀਂ ਆਪਣੇ ਆਪ ਨੂੰ ਮਹਿਦੂਦ ਰੱਖਾਂਗੇ, ਆਪਣੇ ਆਪ ਨੂੰ ਸੀਮਿਤ ਰੱਖਾਂਗੇ। ਜੋ ਸਜ਼ਾ ਦਿੱਤੀ ਗਈ ਹੈ ਬਿਕਰਮਜੀਤ ਸਿੰਘ ਮਜੀਠੀਆ ਨੂੰ, ਔਰ ਜਿਸ ਢੰਗ ਦੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਨੇ ਉਸ ਸਜ਼ਾ ਨੂੰ ਮੰਨਿਆ ਹੈ ਔਰ ਉਸ ਨੂੰ ਪੂਰਾ ਕਰ ਰਹੇ ਹਨ, ਕੀ ਉਹ ਸਹੀ ਹੈ? ਕੀ ਉਸ ਦੇ ਵਿੱਚ ਕੋਈ ਸਿਧਾਂਤਕ ਤੌਰ ਤੇ ਗਲਤੀ ਹੈ? ਕੱਲ੍ਹ ਵੀ ਕੁਝ ਸਵਾਲ ਆਏ ਸੀ ਕਿ ਕੀ ਪਾਠ ਕਰਨਾ
ਕੀ ਲੰਗਰ ਦੇ ਭਾਂਡੇ ਸਾਫ਼ ਕਰਨਾ, ਕੀ ਝਾੜੂ ਦੇਣਾ, ਕੀ ਪੱਖਾ ਫੇਰਨਾ ਇਹ ਸਜ਼ਾ ਹੈ ਜਾਂ ਇੱਕ ਸੇਵਾ ਹੈ? ਕਾਫੀ ਦਿਲਚਸਪ ਸਵਾਲ ਹੈ ਔਰ ਤੁਹਾਡੇ ਸਵਾਲ ਵੀ ਔਰ ਤੁਹਾਡੀ ਚਿੰਤਾ ਵੀ ਇਸ ਦੇ ਉੱਤੇ ਜਾਇਜ਼ ਹੈ। ਸੋ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਮਕਸਦ ਦੇ ਬਾਰੇ ਥੋੜ੍ਹਾ ਜਿਹਾ ਹੋਰ ਵਿਸਥਾਰ ਨਾਲ ਗੱਲਬਾਤ ਕਰਾਂਗੇ ਤੁਹਾਡੇ ਨਾਲ, ਔਰ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਨੂੰ ਦੇਣਾ। ਥੋੜ੍ਹੀ ਦੇਰੀ ਦੇ ਬਾਅਦ ਅਸੀਂ ਆਪਣੀ ਫੋਨ ਦੀ ਲਾਈਨ ਖੋਲ੍ਹਾਂਗੇ ਔਰ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਪਣਾ ਯੋਗਦਾਨ, ਆਪਣੇ ਵਿਚਾਰ ਦਿਓ। ਇਹਨਾਂ ਵਿਚਾਰਾਂ ਦੇ ਵਿੱਚੋਂ ਹੀ ਸਾਨੂੰ ਅਗਵਾਈ ਮਿਲੇਗੀ ਔਰ ਗੱਲ ਨੂੰ ਸਮਝਣ ਦੇ ਵਿੱਚ ਆਸਾਨੀ ਹੋਏਗੀ। ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਹਾਈ ਕੋਰਟ ਦੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਕੱਲੂਕਾਰੇ ਦੇ ਬਾਅਦ। 1000 ਕਰੋੜ ਰੁਪਏ ਦੇ ਹਰਜਾਨੇ ਦਾ ਮੁਕੱਦਮਾ ਸੀ ਔਰ ਉਸ ਮੁਕੱਦਮੇ ਦੇ ਦੌਰਾਨ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਣਾ ਹਲਫੀਆ ਬਿਆਨ ਦਰਜ ਕਰਾਇਆ ਹੈ ਔਨ ਐਫੀਡੇਵਿਟ। ਔਰ ਉਹ ਜਿਹੜਾ ਬਿਆਨ ਹੈ ਕਾਫੀ ਕਈ ਦਿਨਾਂ ਦੇ ਵਿੱਚ, ਕਈ ਸਿਟਿੰਗਸ ਦੇ ਵਿੱਚ ਉਹਨਾਂ ਨੇ ਦਰਜ ਕਰਾਇਆ। ਦਰਅਸਲ ਮੌਜੂਦਾ ਇਤਿਹਾਸ ਦਾ, ਮੌਜੂਦਾ ਦੌਰ ਦਾ ਇੱਕ ਬਹੁਤ ਹੀ ਅਹਿਮ ਦਸਤਾਵੇਜ਼ ਹੈ, ਇੱਕ ਡਾਕੂਮੈਂਟ ਹੈ ਜਿਹੜਾ ਇਤਿਹਾਸ ਦਾ ਇੱਕ ਅੰਗ ਬਣਿਆ ਹੈ। ਉਸ ਦੇ ਵਿੱਚ ਇੱਕ ਗੱਲ ਉਹ ਜ਼ਿਕਰ ਕਰਦੇ ਹਨ ਕਿ ਅਸੀਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਪੁੱਛਿਆ ਕਿ ਇੰਦਰਾ ਗਾਂਧੀ ਸਿੱਖਾਂ ਦੇ ਖਿਲਾਫ ਕਿਉਂ ਹੈ। ਇੰਦਰਾ ਗਾਂਧੀ ਦਾ ਕਹਿਣਾ ਸੀ ਟੋੜਾ ਸਾਹਿਬ ਦੇ ਦਰਜ ਬਿਆਨ ਦੇ ਮੁਤਾਬਕ ਕਿ ਤੁਸੀਂ ਐਮਰਜੈਂਸੀ ਦੇ ਦੌਰਾਨ ਅਕਾਲ ਤਖਤ ਸਾਹਿਬ ਤੋਂ ਮੇਰੇ ਖਿਲਾਫ ਮੋਰਚਾ ਲਗਾਇਆ। ਉਸ ਦੇ ਵਿੱਚ ਟੋੜਾ ਸਾਹਿਬ ਨੇ ਲਿਖਿਆ, ਅਸੀਂ ਮੋਰਚਾ ਜ਼ਰੂਰ ਅਕਾਲ ਤਖਤ ਸਾਹਿਬ ਤੋਂ ਲਗਾਇਆ, ਪਰ ਉਹ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਉਹ ਬੁਨਿਆਦੀ ਹਕੂਕ ਜਿਹੜੇ ਇੱਥੋਂ ਦੀ ਜਨਤਾ ਦੇ ਖਤਮ ਕਰ ਦਿੱਤੇ ਗਏ ਸਨ, ਉਹਨਾਂ ਦੀ ਬਹਾਲੀ ਲਈ ਇਹ ਮੋਰਚਾ ਸੀ। ਦੂਸਰੀ ਗੱਲ ਇੰਦਰਾ ਗਾਂਧੀ ਨੇ ਜੋ ਕਹੀ ਉਸ ਦਰਜ ਬਿਆਨ ਦੇ ਮੁਤਾਬਕ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਅਕਾਲ ਤਖਤ ਸਾਹਿਬ ਤੋਂ ਮੇਰੇ ਖਿਲਾਫ ਅਰਦਾਸ ਕਰਕੇ ਜਥੇ ਭੇਜਦੇ ਸੀ। ਟੋੜਾ ਸਾਹਿਬ ਨੇ ਜਵਾਬ ਦਿੱਤਾ, ਹਾਂ, ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਜ਼ਰੂਰ ਕਰਦੇ ਸੀ, ਪਰ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਬਲਕਿ ਉਹ ਜਿਹੜੇ ਜਥੇ ਉੱਥੋਂ ਤੁਰਦੇ ਸੀ, ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਸੀ ਕਿ ਸਤਿਗੁਰ ਸੱਚਾ ਪਾਤਸ਼ਾਹ ਸਾਨੂੰ ਬਲ ਬਖਸ਼ੇ, ਹਿੰਮਤ ਬਖਸ਼ੇ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਸ਼ਾਂਤਮਈ ਦਾ ਰਸਤਾ ਨਾ ਛੱਡੀਏ, ਹਰ ਤਸ਼ੱਦਦ ਨੂੰ ਬਰਦਾਸ਼ਤ ਕਰੀਏ। ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਗਿਆ ਔਰ ਸ਼ਾਇਦ ਇੱਕ ਮਕਸਦ ਜੋ ਉਸ ਕੱਲੂਕਾਰੇ ਦਾ ਸੀ ਉਹ ਪੂਰਾ ਹੋ ਗਿਆ ਕਿ ਉੱਥੋਂ ਹੁਣ ਕੋਈ ਮੋਰਚਾ ਨਹੀਂ ਲੱਗੇਗਾ। ਕੱਲੂਕਾਰੇ ਦੇ ਬਾਅਦ ਕਿਸੇ ਕਿਸਮ ਦਾ ਕੋਈ ਮੋਰਚਾ ਨਹੀਂ ਲੱਗਾ। ਉਸ ਤੋਂ ਪਹਿਲਾਂ ਜਦ ਦਾ ਸ੍ਰੀ ਅਕਾਲ ਤਖਤ ਸਾਹਿਬ ਬਣਿਆ ਹੈ, ਉਸ ਦੀ ਸਥਾਪਨਾ ਹੋਈ ਹੈ, ਉਸਨੇ ਅਕਾਲ ਤਖਤ ਸਾਹਿਬ ਨੇ ਅਗਵਾਈ ਦਿੱਤੀ ਹੈ। ਭਾਵੇਂ ਕਸੂਰ ਦੇ ਬ੍ਰਾਹਮਣ ਦੀ ਲੜਕੀ ਛੁਡਾਣੀ ਹੋਏ, ਭਾਵੇਂ ਲਾਲ ਕੁੜਤੀ ਮੂਵਮੈਂਟ ਪਠਾਣਾ ਦੀ ਉਹਨਾਂ ਦੀ ਹਮਾਇਤ ਦੇ ਵਿੱਚ ਜਥੇ ਭੇਜਣੇ ਹੋਣ, ਭਾਵੇਂ ਹੈਦਰਾਬਾਦ ਦੇ ਵਿੱਚ ਆਰੀਆ ਸਮਾਜੀ ਹਲਾਂ, ਭਾਵੇਂ ਉਹ ਸਿੱਖ ਪੰਥ ਦੇ ਵਿਰੋਧੀ ਸਨ, ਭਾਵੇਂ ਉਹਨਾਂ ਦੀ ਉੱਤੇ ਜ਼ੁਲਮ ਦਾ ਉਹਦੇ ਲਈ ਜਥੇ ਭੇਜਣੇ ਹੋਣ, ਯਾਨੀ ਕਿ ਹਰ ਚੀਜ਼ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਅਗਵਾਈ ਦਿੰਦਾ ਰਿਹਾ। ਹਰਮੰਦਰ ਸਾਹਿਬ ਇੱਕ ਹਰਮੰਦਰ ਹੈ
दरबार है, अकाल तख्त साहब एक अदालत है। ये दोनों का अगर फर्क समझ आ जाए तो फिर शायद कोई दुविधा नहीं रहेगी। श्री अकाल तख्त साहब की स्थापना के बारे गुर इतिहास के विच अंकित है। हाड़ पंचमी को दिन जान, सिर गुर उद्यम कीन महान, गुरदास बुढ़े को निज लै साथ, तख्त आरंभ कर दीना नाथ। श्री अकाल तख्त साहब की स्थापना हजूर ने कहा अकाल दा तख्त है, अकाल दे बंदे बनाणगे, कोई सरकारी मदद दे विच नहीं लई जाएगी। कर अरदास श्री सतगुर पुन प्रसाद वरताए, प्रथम नींव श्री गुरु रखी, अब चल नगर बनाए। हजूर सच्चे पातशाह ने गुरु हरगोबिंद साहब ने खुद इस दी नींह रखी सी। जन्म साखी विच है कि बाबर ने कहा कि मैं मीरे मुल्क रहा, तुसी मेरे मुल्क रहो, तुसी पीरे मुल्क रहो। गुरु नानक साहब का जवाब सी मीरी ते पीरी दोनों गुरु घर दे विच रहेगी। गुरु अर्जन पातशाह जदों शहादत लई तुरे हन तां सिखां ने पुछया है कि हुण की होएगा, तां हजूर ने कहा असां मीर दी मीरी ते पीर दी पीरी खिच लैनी है। सो अकाल तख्त साहब की स्थापना जो हुई, गुरदास बुढ़े को ले निज साथ, तख्त आरंभ कर दीना नाथ, जय भगवत थी आज्ञा दई, तहां आरंभ गुरु जी कई। कर अरदास श्री सतगुर पुन प्रसाद वरताए, प्रथम नींव श्री गुरु रखी, अब चल तख्त सुहाए। किसी राज नहीं हाथ लगायो, बुढ़े हो गुरदास बनायो। श्री अकाल तख्त साहब की अपनी मोहर है, उस मोहर दे उत्ते अंकित है अकाल सहाय खालसा जी उकरिया होया। हर दिवाली ते विसाखी दे उत्ते सिख इकत्तर हुंदे सी, इत्थे निर्णय हुंदे सी, इत्थे फैसले हुंदे सी, इत्थे गुरमते हुंदे सी और उन्हां दे उत्ते अमल कीता जांदा सी। सब तो अहम जिहड़ा फैसला इत्थे कीता गया 10 अप्रैल 1765 हिस्ट्री पंजाब हिस्ट्री बोर्ड लाहौर ने, हिस्ट्री रिसर्च बोर्ड लाहौर ने एक किताब छापी है इकराम अली मलिक दी। उस दे विच लिखिया है कि बार बार अबदाली दे हमलियां दे बाद 40,000 सिख श्री अकाल तख्त साहब दे सन्मुख इकत्तर होया और उत्थे मसला ये सी कि हुण की कीता जाए। ये बार बार हमला हुंदा है, बार बार हरमंदर साहब की बेहुरमती हुंदी है, की कीता जाए। हर कोई अपनी अपनी राय दे रहा सी। एक गरीब सिख ने राय दी कि असीं लाहौर दे उत्ते कब्जा कर लईए। ये कोई मिथ नहीं है, कोई मिथ्यास नहीं है, कोई खिस्सा तोता मैना नहीं है। इतिहास दे ओ वर्कियां दे विच अंकित है। इकराम अली मलिक ने लिखिया कि ओ 10 अप्रैल 1765 नूं उस इकत्तरता दे विच जदों ये राय आई, एक सिख ने राय दी कि सानू लाहौर दे उत्ते कब्जा कर लेना चाहिए। उत्थे गुरमता हो गया और उन्होंने उत्थों ही चाले पा दिते। और जो इकराम अली मलिक लिखता है, एंड ईजीली सरदार्स कैप्चर्ड लाहौर विद इन 7 days। ये अकाल तख्त साहब की अजमत सी, अकाल तख्त साहब की ताकत सी। ताईं पंथ प्रकाश दे विच रतन सिंह भंगू ने अंकित किया कि बैठ हरमंदर सुने सो ज्ञाना, गुरबचनन पर लावे ध्याना। हरमंदर साहब दे विच गुरु दे बचनां दी, गुरु दी बाणी दी उन्होंने सुनते सी, पर अकाल बुंगे चढ़ तख्ते बह हैं, लाए दीवान गुरमता मतय हैं। ये सरबत खालसा अदालत और निर्णय लैण दा सी। जिहड़ा फैसला गुरु साहब ने कीता सी, जिहड़ा मकसद दसिया सी, असुर संघारबे को, दुर्जन के मारबे को, संकट निबारबे को खालसा बनायो है। अकाल तख्त साहब उसका प्रतिरूप सी जिसनों अंकित किया असिखनगार ਸਿੰਘਨ ਪ੍ਰਤਪਾਲਤ। और जिहड़ी अरदास हुंदी सी अकाल तख्त साहब ते, वो यही हुंदी सी, 2 वेले अरदास, ए होवे तख्त अकाल,
ਭਲਾ ਹੋਵੇ ਸਰਬੱਤ ਦਾ, ਰਿਆਇਤ ਪੰਥ ਦੇ ਨਾਲ। ਰੱਛਿਆ ਰਿਆਇਤ ਦੀ ਮੰਗ ਜਿਹੜੀ ਹੈ ਉਹ ਇਸ ਤਖਤ ਦੇ ਉੱਤੇ ਹੁੰਦੀ ਸੀ। ਇੱਕ ਗੱਲ ਬਹੁਤ ਜ਼ਰੂਰੀ ਹੈ, ਆਮ ਤੌਰ ਦੇ ਉੱਤੇ ਬੜਾ ਵੱਡਾ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਸਾਹਿਬ ਨੂੰ ਉੱਥੇ ਸੇਲੀ ਟੋਪੀ ਦਿੱਤੀ ਗਈ। ਦਰਅਸਲ ਆਮ ਤੌਰ 'ਤੇ ਅਸੀਂ ਸੇਲੀ ਟੋਪੀ ਇੱਕ ਲਫ਼ਜ਼ ਵਰਤ ਲੈਂਦੇ ਹਾਂ। ਸੇਲੀ ਉੱਨ ਦੀ ਮਾਲਾ ਹੁੰਦੀ ਸੀ, ਸੇਲੀ ਉੱਨ ਦੀ ਮਾਲਾ ਹੁੰਦੀ ਸੀ, ਤੇ ਟੋਪੀ ਇੱਕ ਕੱਪੜੇ ਦੀ ਖਫਨੀ ਹੁੰਦੀ ਸੀ ਜਿਹੜੀ ਫਕੀਰ ਸਿਰ ਦੇ ਉੱਤੇ ਪਾਉਂਦੇ ਸੀ। ਇਹ ਨਿਸ਼ਾਨੀ ਹੁੰਦੀ ਸੀ ਕਿ ਅਸੀਂ ਖਫਨੀ ਜਾਂ ਖਫਨ ਜਾਂ ਅਸੀਂ ਮੌਤ ਨੂੰ ਪ੍ਰਣਾ ਲਿਆ ਹੈ। ਪਰ ਗੁਰੂ ਸਾਹਿਬ ਨੇ ਇਸ ਸੇਲੀ ਅਤੇ ਟੋਪੀ, ਇਹਨੂੰ ਸੇਲੀ ਟੋਪੀ ਕਹਿ ਕੇ ਸ਼ਾਇਦ ਅਸੀਂ ਇੱਕ ਸਮਝ ਲੈਂਦੇ ਹਾਂ, ਉਸ ਨੂੰ ਸੇਲੀ ਅਤੇ ਟੋਪੀ ਜਦੋਂ ਉਹ ਜਿਹੜੀ ਪੁਰਾਣੇ ਟਾਈਮ ਫਕੀਰਾਂ ਦੀ ਯਾਦ ਜਾਂ ਉਹਨਾਂ ਦੀ ਨਿਸ਼ਾਨੀ ਹੁੰਦੀ ਸੀ, ਗੁਰੂ ਸਾਹਿਬ ਨੇ ਉਸ ਦੀ ਥਾਵੇਂ ਮੀਰੀ ਤੇ ਪੀਰੀ ਇਹ ਦੋ ਜਿਹੜੀਆਂ ਕਿਰਪਾਨਾਂ ਉੱਥੇ ਪਾਈਆਂ। ਔਰ ਇਸ ਸਥਾਨ ਦੇ ਉੱਤੇ ਜੋ ਗੁਰਮਤੇ ਹੁੰਦੇ ਸੀਗੇ ਉਹ ਇਹੀ ਸੀ ਕਿ ਇਹ ਅਦਾਲਤ ਸੀ ਖਾਲਸੇ ਦੀ, ਔਰ ਇੱਥੇ ਲੂਟੋ ਖੋਏ ਹੋਏ ਜੋ ਤਿਨ ਕੋ ਮਿਲੇ ਇਨਸਾਫ, ਝੂਠਨ ਕੋ ਤਨਖਾਹ ਕਰੇ ਔਰ ਸੱਚਨ ਕਰਾਵੇਂ ਮਾਫ। ਇਹ ਅਕਾਲ ਤਖਤ ਸਾਹਿਬ ਦਾ ਮਕਸਦ ਸੀ ਜਿਸ ਦੇ ਲਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ। ਅਸੀਂ ਅੱਜ ਦੇ ਇਸ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ, ਕਿਉਂਕਿ ਜਿੰਨੇ ਕੁ ਸਵਾਲ ਹਨ, ਪੁਰਾਣਾ ਇਤਿਹਾਸ, ਪੁਰਾਣੀਆਂ ਯਾਦਾਂ, ਪੁਰਾਣੇ ਰਿਕਾਰਡ ਦੇਖਣੇ ਬਹੁਤ ਜ਼ਰੂਰੀ ਹੁੰਦੇ ਹਨ। ਖੁਸ਼ਕਿਸਮਤੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਤਨੇ ਵੀ ਗੁਰਮਤੇ ਮਤੇ ਹੁਕਮਨਾਮੇ ਉੱਥੇ ਪਾਸ ਹੋਏ ਹਨ, ਜਿਨ੍ਹਾਂ ਨੂੰ ਵੀ ਸਜ਼ਾਵਾਂ ਮਿਲੀਆਂ ਹਨ, ਉਹ ਸਾਰੀਆਂ ਦੀਆਂ ਸਾਰੀਆਂ ਕਲਮਬੱਧ ਹੋ ਕੇ ਸਾਡੇ ਕੋਲ ਮੌਜੂਦ ਹਨ। ਕੋਸ਼ਿਸ਼ ਕਰੀਏ ਅਸੀਂ ਉਸ ਨੂੰ ਜ਼ਰੂਰ ਵਾਚਣ ਦੀ ਕੋਸ਼ਿਸ਼ ਕਰੀਏ ਔਰ ਉਹ ਦੇਖੀਏ ਕਿ ਜਿਹੜੀ ਸਜ਼ਾ, ਜਿਹੜੀਆਂ ਤਨਖਾਹਾਂ, ਜਿਹੜੀਆਂ ਬਖਸ਼ਿਸ਼ਾਂ ਪਿਛਲੇ ਟਾਈਮ ਵਿੱਚ ਸਾਡੇ ਬਜ਼ੁਰਗ ਲਗਾਉਂਦੇ ਰਹੇ ਸਨ, ਕੀ ਹੁਣ ਉਸ ਤੋਂ ਉਪਰੰਤ ਕੋਈ ਵੱਖਰਾ ਹੈ? ਕੀ ਕੋਈ ਨਵੀਂ ਰੀਤ ਚਲਾਈ ਗਈ ਹੈ? ਜਾਂ ਅਗਰ ਕੋਈ ਤਬਦੀਲੀ ਆ ਰਹੀ ਹੈ, ਕਿਧਰੇ ਐਸਾ ਤਾਂ ਨਹੀਂ ਕਿ ਉਹ ਸਾਡੀ ਸਮਝ ਦੀ ਕਮੀ ਹੈ? ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ ਔਰ ਤੁਹਾਨੂੰ ਪੁਰਾਣੇ ਜਿਹੜੇ ਹੁਕਮਨਾਮੇ ਜਾਂ ਮਤੇ ਜਿਹੜੇ ਉੱਥੋਂ ਪਾਸ ਹੋਏ ਹਨ ਉਹਨਾਂ ਦਾ ਕੁਝ ਹਵਾਲਾ ਦੱਸਾਂਗੇ ਕਿ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਉੱਥੇ ਮਤੇ ਪਾਸ ਕੀਤੇ ਗਏ, ਔਰ ਉਹਨਾਂ ਨੂੰ ਦੇਖ ਕੇ ਸ਼ਾਇਦ ਕਈ ਭੁਲੇਖੇ ਦੂਰ ਹੋ ਸਕਣਗੇ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਣੇ। ਗੈਟ ਪੰਜਾਬੀ ਦੇ ਦਾਨਿਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ, ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ, ਜਿਸ ਦੀ ਹੋਂਦ ਕਾਇਮ ਰਹਿਣੀ ਚਾਹੀਦੀ ਹੈ ਕਿਉਂਕਿ ਇਹ ਸਾਡਾ ਤਖਤ ਹੈ। ਇਸ ਦੀ ਕਾਨੂੰਨੀ ਤੌਰ ਦੇ ਉੱਤੇ ਜੋ ਹੈਸੀਅਤ ਹੈ ਉਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈ ਔਰ ਉਸ ਦੇ ਉੱਤੇ ਵੀ ਅਸੀਂ ਕਿਸੇ ਵੇਲੇ ਤੁਹਾਡੇ ਨਾਲ ਬਹੁਤ ਹੀ ਵਿਸਥਾਰ ਸਹਿਤ ਗੱਲਬਾਤ ਕਰਾਂਗੇ। ਪਰ ਮੁੱਖ ਤੌਰ ਦੇ ਉੱਤੇ ਕੋਈ ਵੀ ਸਰਕਾਰ ਆ ਜਾਏ, ਦਰਅਸਲ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਸਿੱਖ ਰਹਿੰਦੇ ਹਨ, ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਜਾਂ ਸਾਰੇ ਵਿਸ਼ਵ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ, ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼, ਇਹ ਨਾ ਤਾਂ ਸਮਾਬੱਧ ਹੈ ਅਤੇ ਨਾ ਹੀ ਸੀਮਾਬੱਧ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਜਦੋਂ ਵੀ ਕੋਈ ਨਿਰਣੇ ਲਏ ਹਨ, ਵਕਤੀ ਤੌਰ ਦੇ ਉੱਤੇ ਕਈ ਦਫਾ ਲੱਗਦਾ ਹੋਏਗਾ, ਪਰ ਇੱਕ ਗੱਲ ਕਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਨਿਰਣੇ ਲਏ ਜਾਂਦੇ ਹਨ ਤਾਂ ਉਸ ਵੇਲੇ ਅਦ੍ਰਿਸ਼ ਕਲਾ ਵਾਹਿਗੁਰੂ ਦੀ ਵਾਪਰਦੀ ਹੈ। ਇੱਕ ਨਿਰਣਾ ਜਿਸ ਦਾ ਬਾਰ-ਬਾਰ ਜ਼ਿਕਰ ਕੀਤਾ ਜਾਂਦਾ ਹੈ ਉਹ ਹੈ ਕਿ ਅਰੂੜ ਸਿੰਘ ਨੇ ਉੱਥੋਂ ਜੋ ਕਰਨਲ ਨਿਕਲਸਨ
ਉਸ ਦੇ ਬਾਰੇ ਜੋ ਹੁਕਮ ਦਿੱਤਾ, ਜੋ ਉਸ ਨੂੰ ਸਿਰੋਂ ਪਾਉ ਦਿੱਤਾ, ਜਾਂ ਜਦੋਂ ਉਸਨੇ ਡਾਇਰ ਨੂੰ ਸਿਰੋਂ ਪਾਉ ਦਿੱਤਾ, ਉਸ ਦਾ ਬਾਰ-ਬਾਰ ਜ਼ਿਕਰ ਕੀਤਾ ਜਾਂਦਾ ਹੈ। ਦਰਅਸਲ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ, ਔਰ ਬਹੁਤ ਸਪਸ਼ਟ ਤਰੀਕੇ ਦੇ ਨਾਲ ਅਰੂੜ ਸਿੰਘ ਜਥੇਦਾਰ, ਗ੍ਰੰਥੀ, ਪੁਜਾਰੀ ਜਾਂ ਅਕਾਲ ਤਖਤ ਸਾਹਿਬ ਦਾ ਧਾਰਮਿਕ ਅਹੁਦੇਦਾਰ ਨਹੀਂ ਸੀ। ਉਹ ਸਰਬਰਾਹ ਸੀ। ਸਰਬਰਾਹ ਲੁਗਾਤ, ਡਿਕਸ਼ਨਰੀ, ਸ਼ਬਦਕੋਸ਼ ਦੇ ਮੁਤਾਬਕ ਏਜੰਟ ਨੂੰ ਕਿਹਾ ਜਾਂਦਾ ਹੈ। ਉਹ ਸਰਕਾਰ ਦਾ ਏਜੰਟ ਸੀ, ਉਹਨਾਂ ਦਾ ਕਬਜ਼ਾ ਸੀ, ਔਰ ਬਤੌਰੇ ਏਜੰਟ ਦੇ ਉਸਨੇ ਉਹ ਜੋ ਵੀ ਉੱਥੋਂ ਸਿਰੋਂ ਪਾਉ ਦਿੱਤਾ ਜਾਂ ਜੋ ਕੁਝ ਵੀ ਕੀਤਾ। ਸੋ ਇਸ ਨੂੰ ਕਿਧਰੇ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਨਾਲ ਨਾ ਭੁਲੇਖਾ ਖਾ ਜਾਈਏ। ਅਸੀਂ ਚਾਹਾਂਗੇ ਕਿ ਜਿਹੜੇ ਕੁਝ ਤਨਖਾਹਾਂ ਔਰ ਸਜ਼ਾਵਾਂ ਲਗਾਈਆਂ ਗਈਆਂ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ, ਉਹਨਾਂ ਦਾ ਜ਼ਿਕਰ ਕਰੀਏ, ਜੋ ਕਿ ਉਹ ਸਾਰੇ ਦੇ ਸਾਰੇ ਮਤੇ, ਗੁਰਮਤੇ, ਹੁਕਮਨਾਮੇ, ਉਹ ਤਨਖਾਹਨਾਮੇ, ਉਹ ਸਾਰੇ ਦੇ ਸਾਰੇ ਮੌਜੂਦ ਹਨ। ਅਸੀਂ ਉਹਨਾਂ 'ਤੇ ਵੀ ਗੱਲ ਕਰਾਂਗੇ, ਪਰ ਤੁਹਾਨੂੰ ਵੀ ਬੇਨਤੀ ਹੈ ਕਿ ਤੁਹਾਡਾ ਪ੍ਰੋਗਰਾਮ ਹੈ, ਤੁਸੀਂ ਇਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ, ਤਾਂ ਕਿ ਸਾਂਝੇ ਤੌਰ ਦੇ ਉੱਤੇ ਅਸੀਂ ਇਸ ਇਸ਼ੂ ਨੂੰ ਸਮਝ ਸਕੀਏ ਕਿ ਜਿਹੜੀ ਸਜ਼ਾ ਦਿੱਤੀ ਗਈ ਹੈ ਉਹ ਘੱਟ ਹੈ, ਕੀ ਹੋਰ ਕੁਝ ਹੋ ਸਕਦਾ ਸੀ, ਇਸ ਤੋਂ ਵੱਧ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਸੀ। ਤੁਹਾਡੇ ਵਿਚਾਰ ਵੀ ਅਸੀਂ ਨਾਲ ਨਾਲ ਲਵਾਂਗੇ। ਹੈਲੋ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਭਾਈ ਸਾਹਿਬ? ਮੈਂ ਗੁਰਦੀਪ ਸਿੰਘ ਬੋਲਦਾ ਜੀ, ਕੈਲੀਫੋਰਨੀਆ ਤੋਂ। ਜੀ ਗੁਰਦੀਪ ਸਿੰਘ ਜੀ, ਜੀ ਹੁਕਮ ਕਰੋ। ਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਤਨਖਾਹ ਦਾ, ਜੀ, ਤਨਖਾਹ ਦਾ ਆਖਰੀ ਅਰਥ ਹੈਗਾ ਰਿਵਾਰਡ। ਜਦੋਂ ਕੋਈ ਬੰਦਾ ਕੰਮ ਕਰਦਾ ਉਹਨੂੰ ਤਨਖਾਹ ਮਿਲਦੀ ਹੈ। ਹਾਂਜੀ ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ। ਤੇ ਪੰਥ ਦੇ ਵਿੱਚ ਜਦੋਂ ਵੀ ਬੰਦਾ ਕੋਈ ਗੁਰੂ ਸਾਹਿਬ ਦੇ ਪਾਸ ਮੁੜ ਕੇ ਜਾਂਦਾ, ਆਪਦੀ ਗਲਤੀ ਨੂੰ ਮੰਨਦਾ, ਤਾਂ ਉਹਨੂੰ ਰਿਵਾਰਡ ਦਿੱਤਾ ਜਾਂਦਾ ਜੀ, ਵੀ ਤੂੰ ਭੁੱਲ ਕਰਕੇ ਇਸ ਗੱਲ ਨੂੰ ਰਿਅਲਾਈਜ਼ ਕਰ ਲਿਆ, ਤੇ ਫਿਰ ਉਹ ਮਾਫੀ ਮੰਗਣ ਲਈ ਜਾਂਦਾ ਜੀ, ਉਹਨੂੰ ਰਿਵਾਰਡ ਦਿੱਤਾ ਜਾਂਦਾ ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ, ਜੀ, ਤਾਂ ਕਿ ਉਹਦੀ ਆਤਮਿਕ ਚੜਾਈ ਹੋ ਜਾਵੇ, ਉਹ ਗਾਹਾਂ ਤੋਂ ਇਦਾਂ ਦੀ ਗਲਤੀ ਨਾ ਕਰੇ। ਜੀ, ਜੀ, ਜੀ। ਉਹਨੂੰ ਜਿਹੜੇ ਲੋਕੀ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਕਿ ਪਾਠ ਕਰਨਾ ਸਜ਼ਾ ਆ, ਉਹ ਇੱਕ ਸ਼ਰਾਰਤ ਆ ਮੇਰੇ ਹਿਸਾਬ ਦੇ ਨਾਲ। ਭਾਈ ਸਾਹਿਬ, ਮੈਂ ਗੁਸਤਾਖੀ ਮਾਫ ਹੋਏ, ਤੁਹਾਡੇ ਵਿਚਾਰ ਹੋ ਸਕਦੇ ਹੈ, ਪਰ ਜਿਹੜੇ ਪੰਥਕ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਵਿੱਚ ਸਾਰੇ ਜਿਹੜੇ ਲਫ਼ਜ਼ ਹੈ, ਦਰਅਸਲ ਜਦੋਂ ਮੁਗਲਿਆ ਸਲਤਨਤ ਵੇਲੇ, ਮੁਗਲਾਂ ਦੇ ਰਾਜਕਾਲ ਸਮੇਂ ਕੁਝ ਸਿੱਖ ਐਸੇ ਸੀ ਜਿਹੜੇ ਮੁਗਲ ਸਰਕਾਰ ਦੀ ਨੌਕਰੀ ਕਰਦੇ ਸੀ। ਉਹ ਉਹਨਾਂ ਦੇ ਬਾਰੇ ਹਕਾਰਤ ਦੇ ਨਾਲ, ਥੋੜੀ ਜੀ ਨਫ਼ਰਤ ਦੇ ਨਾਲ ਇਹ ਕਿਹਾ ਜਾਂਦਾ ਸੀ, ਇਹ ਤਨਖਾਹੀਆ ਹੈ, ਇਹ ਤਨਖਾਹ ਲੈਂਦਾ ਸਰਕਾਰ ਕੋਲੋਂ, ਉਜਰਤ ਲੈਂਦਾ ਹੈ, ਜਾਂ ਜਿਵੇਂ ਕਿਹਾ ਜਾਂਦਾ ਸਰਕਾਰੀਆ ਲਫ਼ਜ਼ ਵਰਤ ਲਿਆ, ਇਹ ਸਰਕਾਰੀ ਬੰਦਾ ਹੈਗਾ। ਸੋ ਉਹ ਜਿਹੜੀ ਤਨਖਾਹ ਹੈ ਉਹ ਇੱਕ ਸਜ਼ਾ ਹੁੰਦੀ ਸੀ। ਸੋ ਪੰਥਕ ਤੌਰ ਦੇ ਉੱਤੇ ਵੀ ਜਦੋਂ ਕਿਸੇ ਨੂੰ ਸਜ਼ਾ ਮਿਲਦੀ ਹੈ, ਉਹ ਪ੍ਰਾਸ਼ਚਿਤ ਦੇ ਤੌਰ ਦੇ ਉੱਤੇ, ਦੇਖੋ ਸਿੱਖ ਨੇ ਖੁਸ਼ੀ ਹੋਏ, ਗਮੀ ਹੋਏ, ਦੁੱਖ ਹੋਏ, ਸੁੱਖ ਹੋਏ, ਚੜ੍ਹਦੀ ਕਲਾ ਹੋਏ, ਢਹਿੰਦੀ ਕਲਾ ਹੋਏ, ਹਰ ਸਮੇਂ ਉਸਨੇ ਅਰਦਾਸ ਕਰਨੀ ਹੈ, ਉਹਨੇ ਸਿਮਰਨ ਕਰਨਾ ਹੈ, ਉਹਨੇ ਵਾਹਿਗੁਰੂ ਦਾ ਜਾਪ ਕਰਨਾ ਹੈ। ਸੋ ਉਹ ਜਿਹੜੀ ਉਹ ਤਨਖਾਹ ਐਜ਼ ਏ ਸਜ਼ਾ ਸੀਗੀ, ਜਿਹੜੀ ਉਸ ਨੂੰ ਪੰਥ ਵੱਲੋਂ ਦਿੱਤੀ ਜਾਂਦੀ ਸੀ, ਔਰ ਉਹ ਪੂਰਾ ਕਰਕੇ ਫਿਰ ਉਸ ਦੇ ਬਾਅਦ ਉਹਦੀ ਸੁਧਾਈ ਦੀ ਅਰਦਾਸ ਹੁੰਦੀ ਸੀ। ਜਦੋਂ ਜੱਸਾ ਸਿੰਘ ਰਾਮਗੜੀਆ, ਉਹ ਜਦੋਂ ਪੰਥ ਦੇ ਵਿੱਚੋਂ ਉਹਨਾਂ ਨੂੰ ਛੇਕ ਦਿੱਤਾ ਗਿਆ, ਵਾਪਸ ਆਏ ਸੀ, ਉਹਨਾਂ ਨੇ ਤਨਖਾਹ ਲਵਾਈ। ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਸਰਕਾਰੀ ਨੌਕਰੀ ਕਰਦੇ ਸੀ, ਜਦੋਂ ਸਿੰਘਾਂ ਦੇ ਕੋਲ ਆਏ, ਪਹਿਲਾਂ ਉਹਨਾਂ ਨੇ ਤਨਖਾਹ ਲਵਾਈ। ਪਹਿਲੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰਬੰਧਕ ਕਮੇਟੀ ਬਣੀ, ਉਹ ਸਾਰੇ ਦੇ ਸਾਰੇ ਮੈਂਬਰਾਂ ਨੇ ਤਨਖਾਹ ਲਵਾਈ, ਸੁਧਾਈ ਕਰਵਾਈ। ਤਨਖਾਹ ਦਾ ਮਤਲਬ ਹੁੰਦਾ ਸੀ ਸੁਧਾਈ ਕਰਾ ਲਈ ਗਈ, ਉਹਨਾਂ ਦੀ ਸੁਧਾਈ ਹੋ ਚੁੱਕੀ ਹੈ, ਉਹਨਾਂ ਦੀਆਂ ਭੁੱਲਾਂ ਬਖਸ਼ੀਆਂ ਗਈਆਂ ਹੈਗੀਆਂ। ਸੋ ਤਨਖਾਹ ਰਿਵਾਰਡ ਨਹੀਂ ਸੀਗਾ, ਤਨਖਾਹ ਜਿਹੜੀ ਸੀਗੀ ਉਹ ਪਨਿਸ਼ਮੈਂਟ ਹੀ ਹੈਗੀ ਹੈ। ਤੁਹਾਡਾ ਫਿਰ ਵੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਜਿੱਦਾਂ ਹੁਣ ਅੰਮ੍ਰਿਤ ਸੰਚਾਰ ਹੁੰਦਾ ਹੈ ਨਾ ਜੀ, ਜੀ, ਤੁਸੀਂ ਆਪ ਵੀ ਜਵਾਬ ਦੇ ਰਹੇ ਹੋ। ਹਾਂਜੀ ਹਾਂਜੀ ਹਾਂਜੀ, ਦੱਸੋ। ਅੰਮ੍ਰਿਤ ਸੰਚਾਰ ਦੇ ਵਿੱਚ ਜਦੋਂ ਕੋਈ ਬੰਦਾ ਗਲਤੀ ਕਰ ਲੈਂਦਾ, ਹਾਂਜੀ, ਕੋਈ ਵਿਕਰਤ ਕਰ ਲੈਂਦਾ, ਹਾਂਜੀ, ਉਹਨਾਂ ਨੂੰ ਪਤਤ ਵੀ ਕਹਿ ਦਿੱਤਾ ਜਾਂਦਾ, ਪਰ ਜਦੋਂ ਉਹ ਦੁਬਾਰਾ ਫੇਰ ਪੇਸ਼ ਹੋ ਜਾਂਦਾ ਜੀ,
ਤੇ ਉਹਨਾਂ ਨੂੰ ਫਿਰ ਤਨਖਾਹ ਲਾਈ ਜਾਂਦੀ ਹੈ। ਉਹ ਕੀ ਹੈ, ਸਜ਼ਾ ਹੀ ਹੈ ਨਾ। ਹਾਂਜੀ, ਬਸ। ਉਸ ਤਨਖਾਹ ਨੂੰ ਵੀ ਬਾਣੀ ਹੋਰ ਪੜ੍ਹਨੀ, ਹਾਂਜੀ ਹਾਂਜੀ ਸੇਵਾ ਕਰਨੀ, ਇਹ ਇੱਕ ਸੋ ਉਹ ਤਾਂ ਲਾਈ ਜਾਂਦੀ ਹੈਗੀ ਤਾਂ ਕਿ ਉਹਨਾਂ ਦੀ ਜਿਹੜੀ ਆਤਮਕ, ਜਦੋਂ ਬੰਦਾ ਗਲਤੀ ਕਰਦਾ, ਬਿਲਕੁਲ ਠੀਕ, ਆਤਮਕ ਗਿਰਾਵਟ ਆ ਗਈ, ਬਿਲਕੁਲ। ਮਨ ਦੀ ਵਿੱਚ ਕਮਜ਼ੋਰੀ ਆ ਗਈ, ਜੀ 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 ਮਨ ਦੀਆਂ ਕਮਜ਼ੋਰੀਆਂ ਕਰਕੇ ਉਹ ਕੱਲਾ, ਜੀ 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 ਉਹਨੂੰ ਬਾਣੀ ਪੜ੍ਹਨ ਦੇ ਨਾਲ, ਸੇਵਾ ਕਰਨ ਨਾਲ ਮਨ ਉਹਦਾ ਸਟਰੋਂਗ ਹੁੰਦਾ, ਵਿਲ ਪਾਵਰ ਤਗੜੀ ਹੁੰਦੀ ਆ, ਜੀ, ਉਹ ਗੁਰੂ ਜੀ। ਦੀ ਰਹਿਤ ਵਿੱਚ ਰਹਿੰਦਾ। ਬਿਲਕੁਲ, ਮੇਰੀ ਬਿਲਕੁਲ। ਸਮਝ ਅਨੁਸਾਰ ਹਾਂਜੀ। ਮੈਂ ਆਪ ਜੀ ਨੂੰ ਜੋ ਕਹਿਣਾ ਸੀ ਕਹਿ ਦਿੱਤਾ। ਨਹੀਂ, ਬਿਲਕੁਲ, ਤੁਸੀਂ ਆਪ ਹੀ ਸਵਾਲ ਕਰਕੇ ਜਵਾਬ ਵੀ ਦੇ ਦਿੱਤਾ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਬਲਜਿੰਦਰ ਸਿੰਘ ਬ੍ਰੈਕਟ ਨਿਊਯਾਰਕ ਤੋਂ ਬੋਲ ਜੀ ਰਿਹਾ। ਜੀ 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 ਡਾਕਟਰ ਸਾਹਿਬ ਜੀ, ਹੁਕਮ ਕਰੋ। ਹਾਂਜੀ ਸਰ, ਲਾਂਬਾ ਸਾਹਿਬ, ਅੱਜ ਦਾ ਮੁੱਦਾ ਬਹੁਤ ਹੀ ਇੰਪੋਰਟੈਂਟ ਹੈ ਸਿੱਖ ਕੌਮ ਦੇ ਵਾਸਤੇ। ਜੀ। ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਜੇ। ਮੈਂ ਥੋੜਾ ਐਡ ਕਰਨਾ ਚਾਹੁੰਦਾ ਕਿ ਪ੍ਰਾਤਨ ਸਿੰਘਾਂ ਨੂੰ ਜਦੋਂ ਤਨਖਾਹ ਲੱਗਦੀ ਸੀ, ਜੀ। ਉਹ ਸਿੰਘਾਂ ਦਾ ਕਿਰਦਾਰ ਹੁੰਦਾ ਸੀ, ਸਿੱਖੀ ਪ੍ਰਤੀ ਸ਼ਰਧਾ ਹੁੰਦੀ ਸੀ, ਗਲਤੀ ਹੋ ਜਾਇਆ ਕਰਦੀ ਸੀ, ਪਰ ਉਹ ਸ਼ਰਧਾ ਜਿਹੜੀ ਸੀ ਉਹਦੇ ਮੁਤਾਬਕ ਉਸ ਸਜ਼ਾ ਨੂੰ ਦਿਲ ਜਾਨ ਦੇ ਨਾਲ ਉਹ ਮੰਨਿਆ ਵੀ ਕਰਦੇ ਸਨ ਤੇ ਮਨ ਸਾਫ਼ ਕਰ ਲਿਆ ਕਰਦੇ ਸਨ। ਜੀ ਪਰ ਅੱਜ ਕੱਲ ਦਾ ਇੱਥੇ ਲੀਡਰ ਨੇ ਜਿਹੜੇ ਨਾ, ਇਹਨਾਂ ਦੇ ਕਿਰਦਾਰ ਏਡੇ ਵਧੀਆ ਨਹੀਂ। ਜਦੋਂ ਇਹਨਾਂ ਨੂੰ ਸਜ਼ਾ ਮਿਲਦੀ ਹੈ ਨਾ, ਇਹ ਇਸ ਤਰ੍ਹਾਂ ਸ਼ੋਅ ਕਰਦੇ ਆ ਕਿ ਅਸੀਂ ਇੱਕ ਅੱਖਾਂ ਪੂੰਝਣ ਵਾਲੀ ਸਜ਼ਾ ਭੁਗਤਣ ਨੂੰ ਅੱਖਾਂ ਪੂੰਝਣ ਵਾਲਾ ਜਿਹੜਾ ਮਸਲਾ ਨਾ, ਉਸ ਤਰ੍ਹਾਂ ਕਰ ਰਹੇ। ਜਿਵੇਂ ਕਿ ਮਜੀਠੀਆ ਸਾਹਿਬ ਇੱਕ ਦਿਨ ਦੇ ਵਿੱਚ ਹੀ 2 ਵਾਰੀ ਦੋ ਤਖਤਾਂ ਦੇ ਉੱਤੇ ਚਲੇ ਗਏ ਹੈ ਨਾ, ਤੇ 5-5 7-7 ਮਿੰਟ ਵਾਸਤੇ ਫੋਟੋ ਖਿਚਾਉਣ ਵਾਸਤੇ ਭਾਂਡੇ ਸਾਫ਼ ਕੀਤੇ ਤੇ ਕੀਰਤਨ ਸੁਣਿਆ। ਖਾਸ ਕਰਕੇ ਤਖਤ ਦਮਦਮਾ ਸਾਹਿਬ ਤੇ ਜਦੋਂ ਗਏ ਤੇ ਉੱਥੋਂ ਦੇ ਮੈਨੇਜਰ ਨੇ ਪਹਿਲਾਂ ਹੀ ਉਹਦੇ ਜਿਹੜੇ ਗ੍ਰੰਥੀ ਸਿੰਘਾਂ ਨੇ ਕੀਰਤਨ ਕਰਨਾ ਸੀ, ਉਹਨਾਂ ਨੂੰ ਕਹਿਤਾ ਕਿ ਪਹਿਲਾਂ ਆ ਜਾਓ ਕਿਉਂਕਿ ਮਜੀਠੀਆ ਸਾਹਿਬ ਆ ਰਹੇ ਨੇ, ਉਹਨਾਂ ਨੇ ਤਨਖਾਹ ਪੂਰੀ ਕਰਨੀ ਆ, ਤੁਸੀਂ ਛੇਤੀ ਛੇਤੀ ਆਣ ਕੇ ਕੀਰਤਨ ਸ਼ੁਰੂ ਕਰ ਦਿਓ। ਇਹ ਜਿਹੜੀ ਚੀਜ਼ਾਂ ਵਾ ਨਾ, ਇਹਦੇ ਵਿੱਚ ਹੁਣ ਸਜ਼ਾ ਤੇ ਸੁਣਾ ਦਿੱਤੀ ਗਈ, ਪਰ ਸਜ਼ਾ ਜਿਹੜੀ ਆ ਨਾ, ਉਹਨੂੰ ਲਾਗੂ ਕਰਨਾ ਦਿਸਣਾ ਵੀ ਚਾਹੀਦਾ ਲੋਕਾਂ ਨੂੰ। ਜੀ ਜੀ ਬਿਲਕੁਲ ਬਿਲਕੁਲ। ਇਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਰੋਲ ਹੁਣ ਮੇਰੇ ਖਿਆਲ ਦੇ ਵਿੱਚ ਫੇਰ ਜਿਹੜਾ ਵਾ ਉਹ ਦੇਖਣਾ ਪਵੇਗਾ ਕਿ ਉਹ ਇਸ ਤਰ੍ਹਾਂ ਦੀ ਸਜ਼ਾ ਨੂੰ ਪ੍ਰਵਾਨ ਕਰਦੇ ਆ ਜਾਂ ਨਹੀਂ ਕਰਦੇ, ਜਿਹੜਾ ਉਹਨਾਂ ਨੇ ਕਰ ਰਹੇ ਨੇ। ਕਿਉਂਕਿ ਇੰਸਟੀਟਿਊਸ਼ਨ ਜਿਹੜੇ ਨੇ ਨਾ, ਇੱਕ ਤੇ ਸੰਗਤ ਦੇ ਨਾਲ ਮਜ਼ਬੂਤ ਹੁੰਦੇ ਨੇ, ਉੱਥੋਂ ਦੇ ਪ੍ਰਬੰਧਕਾਂ ਦੇ ਕਿਰਦਾਰ ਨਾਲ ਵੀ ਜਿਹੜੇ ਨੇ ਨਾ, ਉਹ ਵੀ ਮਜ਼ਬੂਤ ਹੁੰਦੇ ਨੇ। ਦੋਵੇਂ ਪਾਸੇ ਗੱਲਾਂ ਚੱਲਦੀਆਂ। ਠੀਕ ਹੈ, ਨਹੀਂ ਬਿਲਕੁਲ, ਤੁਹਾਡਾ ਇਹ ਕਹਿਣਾ ਜਿਹੜਾ ਹੈਗਾ ਬਹੁਤ ਦਰੁਸਤ ਹੈ। ਇਹਦੇ ਉੱਤੇ ਅਸੀਂ ਹੋਰ ਵੀ ਦੱਸਾਂਗੇ। ਇਸ ਤੋਂ ਪਹਿਲਾਂ ਵੀ ਕੋਈ ਆਗੂ ਸਨ, ਉਹਨਾਂ ਨੂੰ ਜਿਸ ਵੇਲੇ ਸਜ਼ਾ ਮਿਲੀ ਅਕਾਲ ਤਖਤ ਸਾਹਿਬ ਤੋਂ, ਤੇ ਪਹਿਲਾਂ ਤਾਂ ਉਹ ਜਾ ਨਹੀਂ ਰਹੇ ਸੀ ਕਿਉਂਕਿ ਕੇਂਦਰ ਸਰਕਾਰ ਦਾ ਦਬਾਅ ਸੀ ਕਿ ਨਾ ਜਾਓ, ਪਰ ਬੜੀ ਮਜਬੂਰੀ ਵਿੱਚ ਜਦੋਂ ਹੋ ਗਿਆ ਕਿ ਉਹਨਾਂ ਦੇ ਸਾਥੀ ਛੱਡ ਗਏ ਤੇ ਫਿਰ ਉਹਨਾਂ ਨੂੰ ਜਾਣਾ ਪਿਆ, ਔਰ ਲਾਓ ਲਸ਼ਕਰ ਨਾਲ ਗਏ। ਔਰ ਜਦੋਂ ਉੱਥੋਂ ਤਨਖਾਹ ਲਵਾ ਕੇ ਵਾਪਸ ਆਏ, ਕਹਿਣ ਲੱਗੇ ਕਿ ਅੱਜ ਮੈਂ ਤਨਖਾਹ ਲਵਾ ਕੇ ਮੈਂ ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੀ ਕਤਾਰ ਵਿੱਚ ਆ ਗਿਆ। ਉਸ ਵੇਲੇ ਤਾਰਾ ਸਿੰਘ ਕਾਮਲ ਨੇ ਇੱਕ ਟਿੱਪਣੀ ਕੀਤੀ ਸੀ ਕਿ ਬੇਸ਼ਰਮਾ, ਤੇਰੇ ਪਿੱਠ ਤੇ ਪਿੱਪਲ ਉੱਗਿਆ, ਕਹਿੰਦਾ ਚੱਲ ਛਾਵੇਂ ਬੈਠਾਂਗੇ। ਸੋ ਇਹ ਸਜ਼ਾ ਨੂੰ ਵੀ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਸਮਝ ਕੇ ਅਗਰ ਕਰਦਾ, ਫਿਰ ਉਸ ਦੇ ਮੰਦੇ ਪਾ ਗਿਆ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਸੋ ਜੀ, ਥੈਂਕ ਯੂ। ਸੋ ਪਿਆਰੇ ਦਰਸ਼ਕੋ, ਅਸੀਂ ਇਹਦੇ ਉੱਤੇ ਹੋਰ ਗੱਲਬਾਤ ਕਰਾਂਗੇ ਔਰ ਤੁਹਾਨੂੰ ਉਹ ਹਵਾਲੇ ਵੀ ਦੱਸਾਂਗੇ ਕਿਸ ਵਿਅਕਤੀ ਨੂੰ ਕਿਸ ਵਜ੍ਹਾ ਕਰਕੇ ਕਿਉਂ ਸਜ਼ਾ ਮਿਲਣੀ ਔਰ ਕਿਤਨੀ ਮਿਲੀ। ਉਹਦੇ ਨਾਲ ਇਹਨੂੰ ਅੱਜ ਜ਼ਰੂਰ ਦੇਖਾਂਗੇ। ਤੁਸੀਂ ਸਾਨੂੰ ਜ਼ਰੂਰ ਆਪਣੇ ਵਿਚਾਰ ਕਾਲ ਕਰਕੇ ਦੇ ਸਕਦੇ ਹੋ, ਜਿਹੜੇ ਸਟੂਡੀਓ ਦੇ ਨੰਬਰ ਹਨ 516 825 0006 ਦੇ ਉੱਤੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਅੱਜ, ਕਿਉਂਕਿ ਜਿਹੜੇ ਦਸਤਾਵੇਜ਼ ਹਨ ਆਮ ਤੌਰ ਤੇ ਸਾਨੂੰ ਬਹੁਤ ਘੱਟ ਸ਼ੌਕ ਹੈ, ਔਰ ਖਾਸ ਕਰਕੇ ਅਫਸੋਸ ਦੀ ਗੱਲ ਇਹ ਵੀ ਹੁੰਦੀ ਹੈ ਕਿ ਮਤੇ ਪਾਸ ਹੁੰਦੇ ਹਨ, ਗੁਰਮਤੇ ਪਾਸ ਹੁੰਦੇ ਹਨ, ਪਰ ਬਹੁਤ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਉਹ ਮਤੇ ਔਰ ਗੁਰਮਤੇ ਉੱਥੇ ਹੀ ਛੱਡ ਕੇ ਉਹ ਜਿਹੜੇ ਸ਼ਾਮਲ ਹੁੰਦੇ ਹਨ ਉੱਥੇ ਹੀ ਉਹ ਰਜਿਸਟਰ ਛੱਡ ਕੇ ਚੱਲ ਜਾਂਦੇ ਹਨ। ਦਰਅਸਲ ਮਤੇ ਪਾਸ ਹੁੰਦੇ ਹਨ, ਪਰ ਨਾ ਤਾਂ ਉਹਦੀ ਕੋਈ ਪੈਰਵਾਈ ਰਜਿਸਟਰ ਬਣਦਾ ਹੈ ਤੇ ਨਾ ਕੋਈ ਕਾਰਵਾਈ ਰਜਿਸਟਰ ਹੁੰਦਾ। ਪਰ ਇਤਿਹਾਸ ਬਹੁਤ ਅਹਿਮ ਅੰਗ ਹੈ। ਅੱਜ ਵੀ ਜਿਹੜਾ ਹੁਕਮਨਾਮਾ, ਜਿਹੜਾ ਤਨਖਾਹਨਾਮਾ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਂ ਜਾਰੀ ਕੀਤਾ ਗਿਆ, ਉਹ ਇਤਿਹਾਸ ਦਾ ਇੱਕ ਅੰਗ ਹੈ ਔਰ ਆਉਣ ਵਾਲਾ ਸਮਾਂ ਉਸ ਨੂੰ ਜ਼ਰੂਰ ਵਾਚੇਗਾ।
ਪਰ ਇੱਕ ਗੱਲ ਜ਼ਰੂਰੀ ਹੈ ਕਿ ਉਸ ਨੂੰ ਵਾਚਣ ਲਈ ਪਿਛਲੇ ਹਵਾਲਿਆਂ ਦੇ ਨਾਲ ਹੀ ਉਸ ਨੂੰ ਦੇਖਿਆ ਜਾਏਗਾ। ਜੱਜ ਵੀ ਜਦੋਂ ਕਿਸੇ ਨੂੰ ਸਜ਼ਾ ਦਿੰਦਾ ਹੈ ਤਾਂ ਉਹ ਪ੍ਰੈਸੀਡੈਂਟਸ ਜਾਂ ਪਿਛਲੀਆਂ ਘਟਨਾਵਾਂ ਨੂੰ ਦੇਖਦਾ ਹੈ। ਅਸੀਂ ਤੁਹਾਡੀਆਂ ਕਾਲਸ ਵੀ ਨਾਲ ਲਵਾਂਗੇ, ਪਰ ਮੈਂ ਨਾਲ ਤੁਹਾਨੂੰ ਕੁਝ ਜਿਹੜੇ ਪਹਿਲੇ ਹੋ ਚੁੱਕੇ ਹੁਕਮਨਾਮੇ ਹੈ, ਰਹਿਤਨਾਮੇ ਹੈ, ਤਨਖਾਹਨਾਮੇ ਹੈ ਜਿਹੜੇ, ਉਹਨਾਂ ਦਾ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਮੌਜੂਦਾ ਦੌਰ ਦੇ ਵਿੱਚ 13 ਅਕਤੂਬਰ 1920 ਦੇ ਵਿੱਚ ਜਦੋਂ ਅਜੇ ਸ਼੍ਰੋਮਣੀ ਕਮੇਟੀ ਦੀ ਸ਼ੁਰੂਆਤ ਹੋ ਰਹੀ ਸੀ ਤਾਂ ਉਸ ਵੇਲੇ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨੇ ਸੀ ਉਹਨਾਂ ਲਈ ਸ਼ਰਤਾਂ ਫਿਕਸ ਕੀਤੀਆਂ ਗਈਆਂ ਅਕਾਲ ਤਖਤ ਸਾਹਿਬ ਵੱਲੋਂ। ਅਸੀਂ ਜਦੋਂ ਅੱਜ ਦੇਖਦੇ ਹਾਂ, ਪੜ੍ਹਦੇ ਹਾਂ, ਫਿਰ ਕਦੀ ਵਿਚਾਰੀਏ, ਅਸੀਂ ਕਿਧਰੇ ਆਤਮ ਚਿੰਤਨ ਕਰੀਏ, ਆਪਣੇ ਵੱਲ ਝਾਤ ਮਾਰੀਏ। ਉਹਦੇ ਵਿੱਚ ਜਿਹੜੀਆਂ ਸ਼ਰਤਾਂ ਸੀ, ਸਭ ਤੋਂ ਪਹਿਲੀ ਸ਼ਰਤ ਸੀ ਪ੍ਰਬੰਧਕ ਦੀ ਅੰਮ੍ਰਿਤਧਾਰੀ ਹੋਏਗਾ। ਦੂਜੀ ਸ਼ਰਤ ਸੀ 5 ਬਾਣੀਆਂ ਦਾ ਨਿਤਨੇਮੀ ਹੋਏਗਾ। ਤੀਸਰੀ ਸ਼ਰਤ ਸੀ 5 ਕਕਾਰੀ ਰਹਿਤ ਦਾ ਧਾਰਨੀ ਹੋਏਗਾ। ਚੌਥੀ ਸ਼ਰਤ ਸੀ ਕਿ ਪਹਿਰ ਰਾਤ ਉੱਠਣ ਵਾਲਾ ਹੋਏਗਾ। ਔਰ ਅਖੀਰਲੀ ਸੀ ਕਿ ਦਸਵੰਧ ਦੇਣ ਵਾਲਾ ਹੋਏਗਾ। ਹੁਣ ਜ਼ਰਾ ਅੱਜ ਇਸ ਕਿਰਦਾਰ ਨੂੰ ਦੇਖੀਏ ਔਰ ਇਸ ਦੇ ਨਾਲ ਅਸੀਂ ਅੱਜ ਦੇ ਪ੍ਰਬੰਧਕੀ ਨਿਜ਼ਾਮ ਨੂੰ ਦੇਖੀਏ। ਸ਼ਾਇਦ ਸਾਡੀ ਤਰਾਸਦੀ ਦਾ ਹੱਲ ਵੀ ਨਜ਼ਰ ਆ ਜਾਏਗਾ। ਇਸ ਤੋਂ ਅਗਲਾ ਜਿਹੜਾ ਤਨਖਾਹਨਾਮਾ ਸੀ ਜਾਂ ਤਨਖਾਹ ਦਿੱਤੀ ਗਈ ਬਾਬਾ ਕਰਤਾਰ ਸਿੰਘ ਬੇਦੀ ਨੂੰ, ਜਿਹੜੇ ਆਪਣੇ ਜਿਨ੍ਹਾਂ ਨੂੰ ਗੁਰੂ ਅੰਸ਼ ਕਿਹਾ ਜਾਂਦਾ ਸੀ, ਜਿਨ੍ਹਾਂ ਦੀ ਬੜੀ ਮਾਨਤਾ ਸੀ, ਪਰ ਉਹਨਾਂ ਨੇ ਨਨਕਾਣਾ ਸਾਹਿਬ ਦੇ ਮਹੰਤ ਦੀ ਹਮਾਇਤ ਦੇ ਵਿੱਚ ਉਹਨਾਂ ਨੇ ਇੱਕ ਸਾਧੂਆਂ ਦੀ ਕਮੇਟੀ ਬਣਾ ਦਿੱਤੀ। ਫਿਰ 23 ਮਈ 1924 ਨੂੰ ਅਕਾਲ ਤਖਤ ਸਾਹਿਬ ਤੋਂ ਜੋ ਉਹਨਾਂ ਨੂੰ ਤਨਖਾਹ ਲਗਾਈ ਗਈ ਉਹ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਘੰਟਾ ਘਰ ਤੋਂ ਲੈ ਕੇ ਥੜਾ ਸਾਹਿਬ ਤੱਕ ਉਹ ਝਾੜੂ ਦੇਣਗੇ। ਅੰਮ੍ਰਿਤਸਰ ਸਾਹਿਬ ਤੋਂ ਨਨਕਾਣਾ ਸਾਹਿਬ ਤੱਕ ਨੰਗੇ ਪੈਰੀ ਚੱਲ ਕੇ ਜਾਣਗੇ ਔਰ ਉੱਥੇ ਜਾ ਕੇ 5 ਅਖੰਡ ਪਾਠ ਕਰਵਾਉਣਗੇ ਔਰ 10,000 ਰੁਪਏ ਸ਼ਹੀਦੀ ਫੰਡ ਵਿੱਚ ਦੇਣਗੇ। ਉਹਨਾਂ ਦੀ ਆਤਮਾ ਨੂੰ ਝੰਜੋੜਿਆ ਗਿਆ ਕਿ ਤੁਹਾਡੀ ਇਸ ਵਜ੍ਹਾ ਕਰਕੇ ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਹੋਏ ਹਨ। ਸੋ ਇਹ ਪੰਥ ਦੀ ਕੁਤਾਹੀ ਨੂੰ ਦੇਖਿਆ ਜਾਏ ਔਰ ਜੇ ਉਸ ਦੇ ਮੁਕਾਬਲੇ ਸਜ਼ਾ ਨੂੰ ਦੇਖਿਆ ਜਾਏ, ਸ਼ਾਇਦ ਉਸ ਵੇਲੇ ਵੀ ਕਈਆਂ ਨੇ ਕਿਹਾ ਹੋਵੇਗਾ ਕਿ ਇਹ ਸਜ਼ਾ ਨਾਕਾਫੀ ਹੈ। ਅਸੀਂ ਇਸ ਤੋਂ ਅੱਗੇ ਹੋਰ ਵੀ ਦੇਖਾਂਗੇ, ਪਰ ਸਮਾਂ ਹੈ ਤੁਹਾਡੀਆਂ ਕਾਲਸ ਦਾ ਵੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਹਰਪ੍ਰੀਤ ਸਿੰਘ ਬੋਲ ਰਿਹਾ ਹਾਂ ਕੈਨੇਡਾ ਤੋਂ। ਜੀ ਹਰਪ੍ਰੀਤ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ। ਮੈਂ ਤਾਂ ਤੁਹਾਨੂੰ ਜੀ ਸਿਰਫ ਇਹੀ ਦੱਸਣਾ ਚਾਹੁੰਦਾ ਕਿ ਜਦੋਂ ਕਿਸੇ ਨੂੰ ਸਜ਼ਾ ਦਿੰਦੇ ਨੇ ਤਾਂ ਉਹ ਜੇਲ੍ਹ ਦੇ ਸਾਰੇ ਆਪਦੇ ਯਾਰਾਂ ਦੋਸਤਾਂ ਦੇ ਨਾਲ ਨਹੀਂ ਜਲਦ ਚਲੇ ਜਾਂਦੇ ਜੀ। ਏਟੀਐਸ ਸਾਹਿਬ ਤਾਂ ਉਹਨਾਂ ਨਾਲ ਸਾਰਾ ਉਹਨਾਂ ਦਾ ਨਾਲ ਜਿਹੜੇ ਯਾਰ ਦੋਸਤ ਜਿਹੜੇ ਵੀ ਹੈਗੇ ਨਾਲ ਹੀ ਹੁੰਦੇ ਨੇ ਗੁਰਦੁਆਰੇ ਵਿੱਚ ਜੀ। ਤੇ ਮੀਡੀਆ ਦੇ ਨਾਲ ਫੋਟੋ ਐਵੇਂ ਚਾਹੀਏ ਜਾ ਰਹੀ ਹੁੰਦੀ ਜਿਵੇਂ ਕੋਈ ਸਜ਼ਾ ਨਹੀਂ ਉਹ ਕਿਸੇ ਦਾ ਆਸਾਨ ਕਰ ਰਹੇ ਹੁੰਦੇ। ਬਿਲਕੁਲ ਬਿਲਕੁਲ, ਇਹ ਜਿਹੜੀ ਚੀਜ਼ ਹੈ ਤੁਸੀਂ ਜਿਹੜੀ ਇਹ ਪੁਆਇੰਟ ਆਊਟ ਕਰ ਰਹੇ ਹੋ, ਇਹ ਹਰ ਕਿਸੇ ਨੂੰ ਨਜ਼ਰ ਆ ਰਿਹਾ ਹੈ ਕਿ ਉਸ ਸਜ਼ਾ ਨੂੰ ਵੀ ਆਪਣਾ ਇੱਕ ਪਬਲਿਸਿਟੀ ਸਟੰਟ ਦੇ ਤੌਰ ਦੇ ਉੱਤੇ ਪੇਸ਼ ਕਰਨਾ, ਜਿਵੇਂ ਪਤਾ ਨਹੀਂ ਕਿ ਮੈਂ ਬੜੀ ਵੱਡੀ ਕੋਈ ਕਮਾਈ ਕਰ ਲਈ ਹੈ, ਮੈਨੂੰ ਰੁਤਬਾ ਮਿਲ ਗਿਆ, ਮੈਨੂੰ ਇੱਕ ਹੋਰ ਬਿੱਲਾ ਲੱਗ ਗਿਆ। ਤੋ ਇਹ ਜਿਹੜੀ ਹੈ ਉਸ ਦੀ ਆਧਾਰ ਜਿਹੜਾ ਹੈ ਉਸ ਦੀ ਆਤਮਾ ਦੇ ਵਿਪਰੀਤ ਹੈ। ਅਸੀਂ ਤੁਹਾਨੂੰ ਸਿਰਫ 2 ਤਸਵੀਰਾਂ ਦਿਖਾਣੀਆਂ ਚਾਹਾਂਗੇ। ਮਾਸਟਰ ਤਾਰਾ ਸਿੰਘ ਨੂੰ ਵੀ ਸਜ਼ਾ ਮਿਲੀ ਸੀ। ਉਹ ਤਸਵੀਰ ਜੇ ਅਸੀਂ ਅਗਰ ਦਿਖਾ ਸਕੀਏ ਫੁੱਲ ਫਰੇਮ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੂੰ ਜਦੋਂ ਸਜ਼ਾ ਮਿਲੀ, ਹਾਲਾਂ ਵਡੇਰੀ ਉਮਰ ਸੀ, ਪਰ ਉਹਨਾਂ ਦੇ ਸਾਥੀ ਹਨ, ਪਰ ਉਹ ਸਾਰੇ ਖੜੇ ਹਨ ਔਰ ਉਹ ਇਕੱਲੇ ਸੇਵਾ ਕਰ ਰਹੇ, ਜਿਹੜੀ ਤਨਖਾਹ ਲਵਾ ਰਹੇ ਹਨ। ਉਹਨਾਂ ਦੇ ਜਿਹੜੇ ਨਾਲ ਸੰਗਤ ਦੇ ਲੋਕ ਦੇਖ ਰਹੇ ਹਨ, ਪਰ ਉਹ ਤੁਸੀਂ ਵੇਖੋਗੇ ਕਿ ਉਹ ਬਿਲਕੁਲ ਬੇਖਬਰ ਹਨ। ਉਹ ਆਪਣੀ ਆਤਮਾ ਦੀ ਸ਼ੁੱਧੀ ਦੇ ਲਈ ਇਹ ਕਰ ਰਹੇ ਹਨ। ਤੁਹਾਡਾ ਜਿਹੜਾ ਪੁਆਇੰਟ ਕਰਨਾ ਮਕਸਦ ਇਹ ਹੈ ਕਿ ਆਵਾਜ਼ ਉੱਥੇ ਤੱਕ ਜਾ ਰਹੀ ਹੈ ਜਿੱਥੇ ਤੱਕ ਜਾਣੀ ਚਾਹੀਦੀ ਹੈ। ਔਰ ਉਸ ਤੋਂ ਵੱਡੀ ਸ਼ਾਇਦ ਇੱਕ ਹੋਰ ਵੱਡੀ ਗੱਲ ਹੈ ਕਿ ਜਿਵੇਂ ਅਖਬਾਰੀ ਬਿਆਨ ਆਏ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਉਸ ਸਜ਼ਾ ਨੂੰ ਪੂਰੀ ਕਰਨ ਬਾਰੇ ਸਰਕਾਰੀ ਜਿਹੜੇ ਤੌਰ ਦੇ ਉੱਤੇ ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ ਹਨ, ਜਿਹੜੀ ਕਿ ਕਦਾਚਿਤ ਸਹੀ ਨਹੀਂ ਕਿਹਾ ਜਾ ਸਕਦਾ ਔਰ ਕਾਫੀ। ਔਰ ਫਿਰ ਇੱਕ ਸ਼ਾਇਦ ਨਜ਼ਰ ਵੀ ਆਂਦਾ ਹੋਏ
ਪੇਸ਼ ਵੀ ਹੋਏ ਹਨ ਅਕਾਲ ਤਖਤ ਸਾਹਿਬ ਤੇ। ਘੱਟੋ ਘੱਟ ਜੇ ਹੋਰ ਸਾਰਾ ਕੁਝ ਕਰ ਲਿਆ ਤੇ ਚੰਗਾ ਹੁੰਦਾ, ਜਿਹੜੀ ਮੌਲੀ ਬੱਦੀ ਸੀ ਉਹ ਵੀ ਲਾ ਦਿੰਦੇ ਤੇ ਬਹੁਤ ਚੰਗਾ ਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਨਹੀਂ, ਮੈਂ ਹੋਰ ਦੱਸਣਾ ਚਾਹੁੰਦਾ ਸੀ ਜੀ, ਬਾਕੀਆਂ ਨੂੰ ਤਾਂ ਸਜ਼ਾ ਦਿੱਤੀ ਨੇ, ਕਈ ਨੇ ਗਲ 'ਚ ਫੱਟੀ ਆਪਣੇ। ਮੈਂ ਉਹਦੇ ਤੇ ਵੀ ਆਵਾਂਗਾ, ਉਹਦੇ ਤੇ ਵੀ ਆਵਾਂਗਾ। ਗੁਨੇਗਾਰ ਆ ਜੀ ਤੇ ਜੀ ਬਾਕੀ ਦੇਖਣਾ ਚਾਹੀਦਾ ਕਿ ਜਿਹੜੇ ਬਾਦਲ ਵਿਵਾਦ ਦੇ ਨਾਲ ਸੰਬੰਧਿਤ ਨਹੀਂ, ਉਹਨਾਂ ਨੂੰ ਸਜ਼ਾ ਕੀ ਦਿੱਤੀ ਗਈ ਸੀ, ਹੁਣ ਕੀ ਹੈ ਇਹਦਾ ਡਿਫਰੈਂਸ ਦੇਖਣਾ ਚਾਹੀਦਾ। ਜੀ ਜੀ ਬਿਲਕੁਲ, ਮੈਂ ਉਹ ਤੁਹਾਨੂੰ ਦੱਸਿਆ। ਦੇਖੋ, ਜਿਹਨੇ ਸਜ਼ਾ ਦੇਣੀ ਹੁੰਦੀ ਹੈ ਨਾ, ਉਹ ਜੱਜ ਦੀ ਉਸਦੀ ਵਿਜ਼ਡਮ ਨੂੰ ਅਸੀਂ ਨਹੀਂ ਕਰ ਸਕਦੇ। ਉਹ ਜਿਹੜੀ ਫੱਟੀ ਵਾਲਾ ਜਿਹੜਾ ਚੈਪਟਰ ਹੈ ਉਹਦੇ ਤੇ ਵੀ ਅਸੀਂ ਆਵਾਂਗੇ। ਉਹ ਸੁਰਜੀਤ ਸਿੰਘ ਬਰਨਾਲਾ ਔਰ ਬੂਟਾ ਸਿੰਘ, ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਗਈ, ਉਹਨਾਂ ਦੇ ਗਲੇ ਦੇ ਵਿੱਚ ਫੱਟੀ ਪਾਈ ਗਈ, ਮਹਾਰਾਜਾ ਰਣਜੀਤ ਸਿੰਘ ਨੂੰ ਥੰਮੇ ਨਾਲ ਬੰਨ੍ਹਿਆ ਗਿਆ, ਉਹਨਾਂ ਨੂੰ ਕੋਰੜੇ ਮਾਰਨ ਦੀ ਸਜ਼ਾ ਹੋਈ। ਅਸੀਂ ਉਹਦੇ ਤੇ ਵੀ ਤੁਹਾਡੇ ਨਾਲ ਗੱਲ ਕਰਾਂਗੇ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ। ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਤੁਹਾਨੂੰ ਕੁਝ ਪੁਰਾਤਨ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀਆਂ ਸਜ਼ਾ ਮਿਲੀਆਂ ਉਹਨਾਂ ਦੇ ਬਾਰੇ ਬਹੁਤ ਹੀ ਸੰਖੇਪ ਦੇ ਵਿੱਚ ਦੱਸਾਂਗੇ, ਕਿਉਂਕਿ ਸਮਾਂ ਬਹੁਤ ਘੱਟ ਹੈ, ਪਰ ਤੁਹਾਡੇ ਵਿਚਾਰਾਂ ਦੀ ਸਾਨੂੰ ਜ਼ਰੂਰਤ ਹੈ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਜੀ, ਬਹੁਤ ਹੀ ਸਤਿਕਾਰਯੋਗ ਲਾਂਬਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮਹਾਰਾਜ ਤੁਹਾਡਾ ਤੇ ਤੁਹਾਡੇ ਗਿੱਟ ਪੰਜਾਬੀ ਪ੍ਰੋਗਰਾਮ ਦੇਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਇੰਨੀ ਇਤਿਹਾਸਿਕ ਘਟਨਾਵਾਂ ਜਿਹੜੀਆਂ ਵਾਪਰੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਵੀ ਸਜ਼ਾ ਮਿਲੀ ਆ, ਉਹਨਾਂ ਨੂੰ ਫੋਟੋਆਂ ਸਹਿਤ ਵਿਖਾ ਰਹੇ ਜੀ। ਜੀ 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 ਜੀ। ਕਾਫੀ ਕੌਮ ਜਿਹੜੀ ਬੇਸਮਝੀ ਜੀ, ਕੋਈ ਸਜ਼ਾ ਨੂੰ ਕੋਈ ਰੂਪ ਦੇ ਰਿਹਾ, ਕੋਈ ਨੂੰ ਉੱਥੇ ਤੇ ਸੇਵਾ ਹੀ ਲਾਈ ਜਾਂਦੀ, ਸਜ਼ਾ ਨਹੀਂ ਲਾਈ ਜਾਂਦੀ। ਜੀ 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 ਜੀ, ਠੀਕ। ਜਿਹੜੀ ਮਜੀਠੀਆ ਸਾਹਿਬ ਨੂੰ ਲਾਈ ਆ ਉਹ ਸਹੀ ਲਾਈ ਆ। ਚਲੋ, ਉਹਨਾਂ ਦਾ ਕਰਨ ਦਾ ਤਰੀਕਾ ਜਿਹੜਾ ਫੇਰ ਭਾਵੇਂ ਗਲਤ ਹੋਈ ਜਾਂਦਾ ਵਾ, ਉਹਨਾਂ ਨੂੰ ਤੇ ਨਿਮਰਤਾ ਸਹਿਤ ਲਾਉਣੀ ਚਾਹੀਦੀ। ਅੱਜ ਫੋਟੋਆਂ ਵਿੱਚ ਵੀ ਵਿਖਾ ਰਿਹਾ ਵੀ ਉਹ ਹੱਸ ਕੇ ਤੇ ਆਪਣਾ ਗਲੋਂ ਗਲਾਵਾਂ ਲਾਉਣ ਦੇ ਨਾਲ ਨਾਮ ਲਕਸ਼ਰ ਕੱਢ ਕੇ। ਜੀ 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 ਜੀ, ਜਿਆਦਾ ਚੰਗਾ ਹੁੰਦਾ ਉਹ ਇੱਕ ਲਾਈਨ ਚ ਲਾ ਕੇ, ਜਿੱਦਾਂ ਲੋਕੀ ਭਾਂਡੇ ਮਾਂਜਦੇ ਲਾਗੇ, ਉਹਨਾਂ ਦਾ ਕੋਈ ਚੇਤਾ ਨਾ ਹੁੰਦਾ। ਇਹ ਤਾਂ ਹੁਣ ਉਹਨਾਂ ਦੀ ਆਪਣੀ ਵਿਸਤਾਰ ਨਾਲ ਚਾਨਣਾ ਪਾ ਰਹੇ ਜੇ। ਠੀਕ ਹੈ ਜੀ, ਠੀਕ ਹੈ ਸਰ, ਬਹੁਤ ਸ਼ੁਕਰੀਆ। ਸੋ ਇਹ ਤਾਂ ਬੰਦੇ ਦੀ ਆਪਣੀ ਆਤਮਾ ਹੈ, ਉਹਦੀ ਕਿਸ ਤਰ੍ਹਾਂ ਦੀ ਹੈ, ਉਹ ਕਿੱਦਾਂ ਉਸ ਨੂੰ ਲੈਂਦਾ ਹੈਗਾ। ਸੋ ਤੁਸੀਂ ਵੇਖੋ, ਕਈ ਮੇਰੇ ਵੀਰ ਆਂਦੇ ਆ ਵੀ ਉੱਥੋਂ ਦੀ ਗੱਲ ਹੀ ਕਰਦੇ, ਇੱਥੇ ਵੀ ਵੇਖੋ ਅਦਾਲਤ ਚੋਂ ਟਿਕਟ ਮਿਲ ਜਾਂਦੀ ਆ ਪੁਲਿਸ ਕੋ, ਤੇ ਅਦਾਲਤ ਹੀ ਜਾਂਦਾ ਕਈ ਵਾਰ ਕੋਰਟ ਚੋਂ ਕਮਿਊਨਿਟੀ ਸੈਂਟਰ ਦੀ ਸੇਵਾ ਲਵਾ ਲੈਂਦੇ ਆ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਇਹੀ ਹੁੰਦਾ ਹੈਗਾ। ਠੀਕ ਹੈ, ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਹੈ ਜੀ, ਸ਼ੁਕਰੀਆ, ਥੈਂਕ ਯੂ ਸਰ। ਸੋ ਇਹ ਹਵਾਲੇ ਹੋਰ ਵੀ ਦੇ ਦਈਏ। 29 ਨਵੰਬਰ 1961 ਨੂੰ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਪੂਰੀ ਦੀ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸਜ਼ਾ ਲੱਗੀ ਸੀ ਅਕਾਲ ਤਖਤ ਸਾਹਿਬ ਵੱਲੋਂ। ਔਰ ਉਹਦੇ ਵਿੱਚ ਕੀ ਸੀ? ਅਖੰਡ ਪਾਠ ਕਰਾਉਣਾ, ਨਿਤਨੇਮ ਤੋਂ ਇਲਾਵਾ ਜਾਪ ਸਾਹਿਬ ਜਾਂ ਜਪਜੀ ਸਾਹਿਬ ਦੇ ਪਾਠ ਕਰਨੇ, 125 ਰੁਪਏ ਦਾ ਪ੍ਰਸ਼ਾਦ ਕਰਾਉਣਾ, ਜੋੜਿਆਂ ਦੀ ਸੇਵਾ ਕਰਨੀ ਔਰ ਝੂਠੇ ਭਾਂਡੇ ਮਾਂਜਣੇ। ਇਹ ਸੇਵਾ ਸੀ। ਭਾਗ ਸਿੰਘ ਅੰਬਾਲਾ ਨੂੰ ਬੇਨਤੀ ਚੌਪਈ ਅਤੇ ਅਰਦਾਸ ਪ੍ਰਥਮ ਭਗਉਤੀ ਸਿਮਰ ਕੇ ਦੇ ਬਾਰੇ ਗਲਤ ਬਿਆਨੀ ਕਰਨ ਦੇ ਲਈ ਉਹਨਾਂ ਨੂੰ ਕੀਤਾ ਗਿਆ ਕਿ ਇਸ ਨੂੰ ਕੋਈ ਮੂੰਹ ਨਾ ਲਾਏ ਔਰ ਕਿਸੇ ਵੀ ਦੀਵਾਨ ਵਿੱਚ ਨਾ ਬੋਲਣ ਦਿੱਤਾ ਜਾਏ, ਸਖਤੀ ਤੇ ਅਮਲ ਕੀਤਾ ਜਾਏ। ਅਖੀਰ ਵਿੱਚ ਭਾਗ ਸਿੰਘ ਅੰਬਾਲਾ ਗਿਆਨੀ ਮਸਕੀਨ ਜੀ ਨੂੰ ਨਾਲ ਲੈ ਕੇ ਗਏ ਔਰ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ। ਨਕਲੀ ਨਿਰੰਕਾਰੀਆਂ ਬਾਰੇ ਜੂਨ 1978 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ, ਇਹਨਾਂ ਦੇ ਵਧਣ ਫੁੱਲਣ ਤੇ ਹਰ ਕਿਸਮ ਦੀ ਪਾਬੰਦੀ ਲਗਾਈ ਜਾਏ। ਇਸੇ ਤਰੀਕੇ ਨਾਲ ਜਥੇਦਾਰ ਸੰਤੋਖ ਸਿੰਘ ਨੂੰ ਕੀਤਾ ਗਿਆ ਜਦੋਂ ਉਹਨਾਂ ਨੂੰ 10 ਸਤੰਬਰ 1981 ਨੂੰ ਕਿ ਇਹ ਨਿਤਨੇਮ ਤੋਂ ਇਲਾਵਾ 2 ਹਫ਼ਤੇ ਇੱਕ ਜਪਜੀ ਸਾਹਿਬ ਦਾ ਪਾਠ ਅਤੇ ਜਾਪ ਸਾਹਿਬ ਦਾ ਪਾਠ ਔਰ ਸੀਸਗੰਜ ਸਾਹਿਬ ਭਾਂਡੇ ਔਰ ਜੋੜੇ ਦੀ ਸੇਵਾ ਲੈਣਗੇ। ਗੁਰਬਚਨ ਸਿੰਘ ਹੈੱਡ ਗ੍ਰੰਥੀ ਸੀਸਗੰਜ ਸਾਹਿਬ ਸਨ, ਜਿਨ੍ਹਾਂ ਨੇ ਬੂਟਾ ਸਿੰਘ ਨੂੰ ਸਿਰੋਪਾਓ ਦੇ ਦਿੱਤਾ ਸੀ। ਉਹਨਾਂ ਨੂੰ ਵੀ ਸੀਸਗੰਜ ਸਾਹਿਬ ਤੇ ਝਾੜੂ ਦੀ ਸੇਵਾ ਔਰ ਨਾਲ ਹੀ ਨਿਤਨੇਮ ਤੋਂ ਇਲਾਵਾ 1 ਹਫ਼ਤਾ ਜਾਪ ਸਾਹਿਬ ਦਾ ਪਾਠ ਕਰਨ ਦੀ ਸਜ਼ਾ ਦਿੱਤੀ। ਪਰ ਸਭ ਤੋਂ ਸ਼ਾਇਦ ਕਰੜੀ ਜਿਹੜੀ ਸਜ਼ਾ ਹੈ ਉਹ ਅਕਾਲ ਤਖਤ ਸਾਹਿਬ ਤੋਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਦਿੱਤੀ ਔਰ ਉਹਦੇ ਵਿੱਚ ਲਫ਼ਜ਼ ਲਿਖੇ
कि अगले हुक्म तक कोई उस नाल संबंध ना रखे। जो हुक्म मन्नेगा वो निहाल होएगा। उन्हां दे जिहड़े लफज सन कि मिलवर्तन ना देवे, जो कोई पंथ दा हुक्म मन्नेगा वो निहाल होवेगा अते सतगुरु हलत पलत उसके सहाई होणगे। प्रोफैसर दर्शन सिंह ने ही उन्हां दे बारे बरनाला साहब दे बारे कहा कि ਸ੍ਰੀ ਅਕਾਲ ਤਖਤ ਸਾਹਿਬ ਤੋਂ ਆਕੀ ਹੋਣ, ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਅਤੇ ਸਿੱਖ ਕੌਮ ਵਿੱਚ ਫੁੱਟ ਪਾਉਣ ਦੇ ਘੋਰ ਅਪਰਾਧ ਵਿੱਚ ਬਰਨਾਲਾ ਨੂੰ ਪੰਥਕ ਰਵਾਇਤਾਂ ਅਨੁਸਾਰ ਸਿੱਖ ਪੰਥ ਵਿੱਚੋਂ ਖਾਰਜ ਕੀਤਾ ਜਾਂਦਾ ਹੈ। ਜੋ ਸਤਿਗੁਰ ਫਿੱਟ ਕੇ ਸੇ ਸਭ ਜਗਤ ਫਿੱਟ ਕੇ ਨਿਤ ਭੰਬਲ ਪੂਸੇ ਖਾਹੀ। ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਅਤੇ ਅਧਿਕਾਰ ਹੇਠ ਸਿੱਖ ਮਾਈ ਭਾਈ ਦਾ ਉਹਨੂੰ ਹੁਕਮ ਹੈ ਕਿ ਸੁਰਜੀਤ ਸਿੰਘ ਬਰਨਾਲਾ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ, ਪੰਥਕ ਸਟੇਜ ਤੋਂ ਨਾ ਬੋਲਣ ਦਿੱਤਾ ਜਾਏ, ਹਰ ਯੋਗ ਤਰੀਕੇ ਨਾਲ ਵਿਰੋਧ ਕੀਤਾ ਜਾਏ, ਕੋਈ ਮਿਲਵਰਤਨ ਤੇ ਸਹਿਯੋਗ ਨਾ ਕਰੇ। ਔਰ ਅਖੀਰ ਦੇ ਵਿੱਚ ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਗਈ, ਪ੍ਰੋਫੈਸਰ ਦਰਸ਼ਨ ਸਿੰਘ ਦੇ ਦਸਖਤਾਂ ਹੇਠ ਉਹਦੇ 'ਚ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਜੇ ਹੱਥ ਦੇ ਥੰਮਲੇ ਨਾਲ ਬੰਨ੍ਹ ਕੇ 5 ਵਾਰ ਮੂਲ ਮੰਤਰ ਦੇ ਪਾਠ ਉਪਰੰਤ 2 ਚੌਪਈ ਸਾਹਿਬ ਦੇ ਪਾਠ ਕਰਾਏ ਜਾਣ, ਇੱਕ ਤਖਤੀ ਗਲ ਵਿੱਚ ਲਟਕਾਈ ਜਾਏ ਜਿਸ ਵਿੱਚ ਗੁਰੂ ਮਹਾਰਾਜ ਜੀ ਪਾਸੋਂ ਆਪਣੇ ਅਪਰਾਧ ਦੀ ਮੁਆਫੀ ਦੀ ਜੋਦੜੀ ਕੀਤੀ ਜਾਏ। ਜਿੰਨੇ ਦਿਨ ਸਜ਼ਾ ਚੱਲਦੀ ਰਹੇ ਇਹ ਤਖਤੀ ਬਖਸ਼ੇ ਜਾਣ ਦੀ ਅਰਦਾਸ ਹੋਣ ਤੱਕ ਗਲ ਵਿੱਚ ਹਰ ਸਮੇਂ ਪਾਈ ਰੱਖੇ। 5 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਆਤਮਾ ਦੀ ਸ਼ੁੱਧੀ ਲਈ ਕਰਾਏ ਜਾਣ, ਕਿਸੇ ਗੁਰਦੁਆਰੇ ਵਿੱਚ ਉਹ ਬਰਤਨਾਂ ਦੀ ਸੇਵਾ ਕਰਨ। ਇਹ ਵੱਖਰੀ ਗੱਲ ਹੈ ਕਿ ਹੁਣ ਪ੍ਰੋਫੈਸਰ ਦਰਸ਼ਨ ਸਿੰਘ ਖੁਦ ਹੀ ਉਸੇ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਗਏ, ਜਿਹਦੇ ਬਾਰੇ ਉਹਨਾਂ ਨੇ ਖੁਦ ਕਿਹਾ ਸੀ ਕਿ ਜੋ ਹੁਕਮ ਮੰਨੇਗਾ ਉਹ ਨਿਹਾਲ ਹੋਏਗਾ, ਸਤਿਗੁਰੂ ਹਲਤ ਪਲਤ ਉਸ ਦੇ ਸਹਾਈ ਹੋਣਗੇ। ਤੁਸੀਂ ਜ਼ਰੂਰ ਸਾਨੂੰ ਈਮੇਲ ਕਰੋ lamba@getpunjabi.tv ਔਰ ਆਪਣੇ ਵਿਚਾਰ ਲਿਖੋ ਤਾਂ ਕਿ ਇਸ ਦੇ ਵਿੱਚ ਅਸੀਂ ਵਾਅਦਾ ਕਰੀਏ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਕਾਪੀ ਵੀ ਭੇਜੀਏ। ਬਹੁਤ ਬਹੁਤ ਧੰਨਵਾਦ। ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।